ਕਿੰਜ ਜਾਈਏ ਪਰਦੇਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਇਸ ਪ੍ਰੋਗਰਾਮ 'ਚ ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਬਠਿੰਡਾ ਦੇ ਮਸ਼ਹੂਰ ਆਇਲਸ ਸੈਂਟਰ ਯੂ ਕੈਨ ਐਕਸਪਰਟਸ। ਇੱਥੇ ਆਇਲਸ PTE ਸਟੱਡੀ ਵੀਜ਼ਾ ਸਪੋਕਨ ਬੇਸਿਕ ਇੰਗਲਿਸ਼ ਬੱਚਿਆਂ ਨੂੰ ਸਿਖਾਈ ਜਾਂਦੀ ਹੈ। ਯੂ ਕੈਨ ਐਕਸਪਰਟਸ ਬਠਿੰਡਾ ਦੇ ਨਾਲ ਹੁਣ ਕੋਟ ਫੱਤਾ ਵਿਖੇ ਵੀ ਆਪਣੀਆਂ ਸੇਵਾਵਾਂ ਸ਼ੁਰੂ ਕਰ ਚੁੱਕੇ ਨੇ। ਸੋ ਅਗਰ ਕੋਈ ਵਿਦਿਆਰਥੀ ਜੋ ਕੋਟ ਫੱਤਾ ਜਾਂ ਉਸ ਦੇ ਆਸ-ਪਾਸ ਦੇ ਨੇ ਬਾਹਰ ਜਾਣ ਦਾ ਸੁਪਨਾ ਰੱਖਦੇ ਨੇ ਤੇ ਯੂ ਕੈਨ ਐਕਸਪਰਟਸ ਨਾਲ ਸੰਪਰਕ ਸਾਧ ਸਕਦੇ ਨੇ। ਸਾਡੀ ਟੀਮ ਨੇ ਇੱਥੇ ਪੜ੍ਹਾ ਰਹੇ ਟੀਚਰਸ ਦੇ ਨਾਲ ਗੱਲਬਾਤ ਕੀਤੀ। ਯੂ ਕੈਨ ਐਕਸਪਰਟਸ ਦੇ MD ਸੰਦੀਪ ਜੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੇ ਇਹਨਾਂ ਸੈਂਟਰਸ ਨੂੰ ਚਲਾ ਰਹੇ ਨੇ, ਬਹੁਤ ਵਧੀਆ ਸੇਵਾਵਾਂ ਦੇ ਰਹੇ ਨੇ, ਹਮੇਸ਼ਾ ਬੱਚਿਆਂ ਨੂੰ ਗਾਈਡ ਕਰਦੇ ਨੇ। ਆਓ ਚਲਦੇ ਹਾਂ ਯੂ ਕੈਨ ਐਕਸਪਰਟਸ ਤੇ ਕਰਦੇ ਹਾਂ ਉੱਥੋਂ ਦੇ ਸਟਾਫ ਨਾਲ ਗੱਲਬਾਤ। दर्शकों किंज जाइए प्रदेश प्रोग्राम ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਯੂ ਕੈਨ, ਇੱਕ ਐਸਾ ਨਾਮ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਬਠਿੰਡੇ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ ਸੀਗਾ ਔਰ ਹੁਣ ਇਹਨਾਂ ਨੇ ਕੋਟ ਫੱਤੇ ਜਦੋਂ ਇਹਨਾਂ ਨੇ ਸੋਚਿਆ ਕਿ ਇਹ ਪਿੰਡਾਂ ਦੇ ਜਿਹੜੇ ਬੱਚੇ ਹੈਗੇ ਆ ਬੜਾ ਉਹਨਾਂ ਲਈ ਡਿਫਿਕਲਟ ਹੈ। ਇੱਥੋਂ ਦੇ ਡਾਇਰੈਕਟਰ ਸੰਦੀਪ ਜੀ ਜਿਹੜੇ ਕਿ ਬਹੁਤ ਹੀ ਕਾਈਂਡ ਹਾਰਟਡ ਨੇ ਔਰ ਉਹਨਾਂ ਦੇ ਮਨ ਦੇ ਵਿੱਚ ਆਇਆ ਵੀ ਕਿਉਂ ਨਾ ਅਸੀਂ ਇਸ ਪਿੰਡੂ ਇਲਾਕੇ ਨੂੰ ਵੀ ਇੱਕ ਸਿਹਤ ਸਹੂਲਤਾਂ ਜਿਹੜੀਆਂ ਸਹੂਲਤਾਂ ਸਟੱਡੀ ਦੇ ਹੈਗੀਆਂ ਦਈਏ। ਉਸ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਇੱਥੇ ਸੈਂਟਰ ਖੋਲ੍ਹਿਆ। ਅਸੀਂ ਗੱਲ ਕਰ ਰਹੇ ਹਾਂ ਸੈਂਟਰ ਹੈਡ ਮੈਡਮ ਨਾਲ। ਮੈਡਮ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਸਤਿ ਸ਼੍ਰੀ ਅਕਾਲ ਸਰ। ਮੈਡਮ ਜਿਸ ਤਰੀਕੇ ਨਾਲ ਯੂ ਕੈਨ ਜਿਹੜਾ ਇੱਕ ਕੰਬੀਨੇਸ਼ਨ ਹੈ ਆਈਲੈਟਸ ਦਾ ਔਰ ਆਈਲੈਟਸ ਕਰਨ ਤੋਂ ਬਾਅਦ ਬੱਚਿਆਂ ਨੂੰ ਬਾਹਰਲੇ ਮੁਲਕ ਜਾਣ ਦੇ ਲਈ ਇਮੀਗ੍ਰੇਸ਼ਨ ਦੇ ਨਾਲ ਅਟੈਚ ਕਰਕੇ ਉਹਨਾਂ ਨੂੰ ਵਧੀਆ ਕਾਲਜਾਂ ਦੀ ਚੂਜ਼ਿੰਗ ਕਰਵਾ ਕੇ ਉਹਨਾਂ ਨੂੰ ਬਾਹਰ ਭੇਜਣ ਦਾ ਕੀ ਕਹਿਣਾ ਚਾਹੋਗੇ ਕਿ ਮਿਸਟਰ ਸੰਦੀਪ ਨੇ ਜਿਹੜਾ ਇਹ ਬੂਟਾ ਲਾਇਆ ਸੀ ਛੋਟਾ ਜਿਹਾ, ਪਹਿਲਾਂ ਬਠਿੰਡੇ ਤੋਂ ਸ਼ੁਰੂ ਕੀਤਾ ਪਰ ਅੱਜ ਸ਼ਾਨਦਾਰ ਪੇੜ ਦਾ ਰੂਪ ਧਾਰਨ ਕਰਕੇ ਉਹਦੀਆਂ ਜਿਹੜੀਆਂ ਬ੍ਰਾਂਚਾਂ ਹੈਗੀਆਂ ਜਿੱਦਾਂ ਹੁਣ ਕੋਟ ਫੱਤੇ ਖੋਲ੍ਹੀਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਦਾਂ ਬਹੁਤ ਆਸ-ਪਾਸ ਦੇ ਇਲਾਕੇ ਜਿਹੜੇ ਹੈਗੇ ਉਹਨਾਂ ਨੂੰ ਕੰਟੈਕਟ ਕਰ ਰਹੇ ਹੈਗੇ ਵੀ ਸਾਡੇ ਸ਼ਹਿਰਾਂ 'ਚ ਵੀ ਖੋਲ੍ਹੋ, ਤੁਸੀਂ ਕੀ ਕਹਿਣਾ ਚਾਹੋਗੇ? ਸਰ ਐਕਚੁਅਲੀ ਨਾ ਪਹਿਲਾਂ ਸਾਡੀ ਬ੍ਰਾਂਚ ਸੀਗੀ ਬਠਿੰਡਾ ਜਿੱਥੇ ਕਿ ਸਾਡੀ ਹੁਣ ਵੀ ਮੇਨ ਬ੍ਰਾਂਚ ਆ। ਬਟ ਸਰ ਜਿਹੜੇ ਪਿੰਡ ਵਾਲੇ ਬੱਚੇ ਸੀ ਮੇਨਲੀ ਗਰਲਸ ਨੂੰ ਮੁਸ਼ਕਿਲ ਹੁੰਦਾ ਸੀ ਵੀ ਉਹ ਵਿਜ਼ਿਟ ਕਰਨ ਇੱਥੋਂ ਸਰ ਵਿਲੇਜਸ ਤੋਂ ਬਠਿੰਡਾ ਜਾਣ। ਐਕਸਪੈਂਸਿਵ ਵੀ ਬਹੁਤ ਜ਼ਿਆਦਾ ਲੱਗ ਜਾਂਦੇ ਸੀ ਸਰ ਅਤੇ ਮੇਨਲੀ ਪ੍ਰੋਬਲਮਸ ਵੀ ਬਹੁਤ ਜ਼ਿਆਦਾ ਫੇਸ ਕਰਦੇ ਸੀ, ਟਾਈਮ ਵੇਸਟ ਵੀ ਹੁੰਦਾ ਸੀ। ਇਸ ਲਈ ਸਾਡੇ ਸਰ ਸੰਦੀਪ ਸਰ ਨੇ ਸੋਚਿਆ ਵੀ ਕਿਉਂ ਨਾ ਇਹਨਾਂ ਨੂੰ ਇੱਥੇ ਸਹੂਲਤ ਦਿੱਤੀ ਜਾਵੇ ਜੋ ਕਿ ਸਰ ਕੋਟ ਫੱਤਾ ਦੀ ਵੀ ਥੋੜ੍ਹੀ ਬਹੁਤੀ ਡਿਵੈਲਪਮੈਂਟ ਹੋਵੇ। ਇਸ ਕਰਕੇ ਸਰ ਇੱਥੇ ਸਰ ਨੇ ਨਿਊ ਇੰਸਟੀਚਿਊਟ ਖੋਲ੍ਹਿਆ ਜੋ ਕਿ ਅੱਜ ਬਹੁਤ ਸਾਰੇ ਬੱਚਿਆਂ ਨੂੰ ਸਰ ਟੀਚ ਕਰ ਰਹੇ ਆ। ਮੈਡਮ ਆਪਾਂ ਗੱਲ ਕਰ ਲਈਏ, ਇਹ GT ਰੋਡ 'ਤੇ ਸਥਿਤ ਹੈ, ਇੱਥੇ ਕੋਈ ਪੋਲਿਊਸ਼ਨ ਨਹੀਂ ਹੈ, ਅੱਗੇ ਬੱਸ ਕਾਰਾਂ ਕੱਢਣ ਦਾ ਟ੍ਰੈਫਿਕ ਦੇ ਵਿੱਚ ਕੋਈ ਕੰਟਰੋਲ ਨਹੀਂ ਹੈ, ਹੈਜ਼ਰਡ ਨਹੀਂ ਹੈ, ਬਿਲਕੁਲ ਆਰਾਮ ਨਾਲ ਲੋਕ ਪਾਰਕਿੰਗ ਕਰ ਸਕਦੇ, ਬੱਚੇ ਈਜ਼ਲੀ ਹੋ ਕੇ ਬੱਚੇ ਬੈਠ ਸਕਦੇ, ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈ, ਮੇਨ ਰੋਡ 'ਤੇ ਸਥਿਤ ਹੈ। ਹਾਂਜੀ ਸਰ ਇਸ ਦਾ ਬਹੁਤ ਵੱਡਾ ਬੈਨੀਫਿਟ ਹੈ ਕਿਉਂਕਿ ਜਦੋਂ ਬੱਚੇ ਆਉਂਦੇ ਆ ਮੇਨਲੀ ਉਹਨਾਂ ਦੀ ਬੱਸ ਆਪਣੀ ਗੇਟ ਮੂਹਰੇ ਰੁਕਦੀ ਹੈ, ਉਹਨਾਂ ਨੂੰ ਮੇਨਲੀ ਸਰ ਕੋਈ ਰਿਸਕ ਨਹੀਂ ਹੈਗਾ। ਜਦੋਂ ਉਹ ਇੱਥੋਂ ਗੇਟ ਦੇ ਅੰਦਰ ਵਗ ਜਾਂਦੇ ਆ ਉਹਨਾਂ ਨੂੰ ਪੂਰੀ ਸਿਕਿਉਰਿਟੀ ਵੱਲ ਰੱਖਿਆ ਜਾਂਦਾ। ਸਾਡੇ ਗੇਟ ਉੱਪਰ ਫਿੰਗਰਪ੍ਰਿੰਟਸ ਲੱਗੇ ਆ ਜੋ ਕਿ ਕੋਈ ਅਨਨੋਨ ਪਰਸਨ ਐਂਟਰ ਨਹੀਂ ਕਰ ਸਕਦਾ ਸਰ ਬੱਚਿਆਂ ਕੋਲੇ। ਇਹ ਸਿਕਿਉਰਿਟੀ ਲਈ ਇੱਕ ਮੇਨ ਮੋਟਿਵ ਹੈਗਾ। ਬੇਟਾ ਜਿੱਦਾਂ ਇੱਥੇ ਇਸ ਇੰਸਟੀਟਿਊਸ਼ਨ ਦੇ ਵਿੱਚ ਬੱਚਿਆਂ ਨੂੰ ਇਕੱਲਾ ਪੜ੍ਹਾਇਆ ਨਹੀਂ ਜਾਂਦਾ ਬਲਕਿ ਉਹਨਾਂ ਨੂੰ ਦੁਨੀਆ ਦੇ ਹਾਣੀ ਬਣਾਇਆ ਜਾਂਦਾ, ਉਹਨਾਂ ਨੂੰ ਪਰਸਨੈਲਿਟੀ ਡਿਵੈਲਪਮੈਂਟ, ਉਹਨਾਂ ਦਾ ਮਾਈਂਡ ਡਿਵੈਲਪਮੈਂਟ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਵਿਚਰਨਾ ਲੋਕਾਂ ਦੇ ਨਾਲ, ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਜਾਂਦੀ ਹੈ। ਕੀ ਕਹਿਣਾ ਚਾਹੋਗੇ? ਜਦੋਂ ਆਉਂਦੇ ਆ ਉਹਨਾਂ ਦੀ ਡਲ ਲੈਂਗੁਏਜ, ਘਬਰਾਏ ਚਿਹਰੇ, ਲੇਕਿਨ ਜਦੋਂ ਜਾਂਦੇ ਆ ਫੁਰ ਉੱਡਦੇ ਜਾਂਦੇ ਬੱਚੇ, ਕੀ ਕਹਿਣਾ ਚਾਹੋਗੇ? ਸਰ ਐਕਚੁਅਲੀ ਨਾ ਅੱਜ ਕੱਲ੍ਹ ਜਿਹੜੀ ਇੰਗਲਿਸ਼ ਹੈ ਉਹ ਇੱਕ ਮੇਨ ਲੈਂਗੁਏਜ ਬਣ ਚੁੱਕੀ ਹੈ, ਇੱਕ ਇੰਟਰਨੈਸ਼ਨਲ ਲੈਂਗੁਏਜ ਆ। ਇਸ ਕਰਕੇ ਅਸੀਂ ਮੇਨਲੀ ਬੱਚਿਆਂ ਨੂੰ ਇੰਗਲਿਸ਼ ਦੀਆਂ ਕਲਾਸਿਸ ਦਿੰਦੇ ਹਾਂ ਫਸਟ ਆਫ ਆਲ, ਜੋ ਕਿ ਸਰ ਈਜ਼ੀਲੀ ਬੱਚਾ ਦੂਸਰੇ ਬੱਚਿਆਂ ਨਾਲ ਕਮਿਊਨੀਕੇਟ ਕਰਦਾ, ਬੱਚੇ ਦੀ ਆਪਣੀ ਪਰਸਨੈਲਿਟੀ ਡਿਵੈਲਪ ਹੋ ਜਾਂਦੀ ਹੈ ਜਦੋਂ ਸੋਚਦਾ ਵੀ ਮੈਂ ਇੱਕ ਇੰਟਰਨੈਸ਼ਨਲ ਲੈਂਗੁਏਜ ਸਪੀਕ ਕਰ ਰਿਹਾ ਅਨਦਰ ਪਰਸਨ ਨਾਲ। ਇਸ ਕਰਕੇ ਅਸੀਂ ਇੱਕ ਮੇਨ ਰੋਲ ਪਲੇ ਕਰਦੇ ਹਾਂ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ। ਮੈਡਮ ਜਿਸ ਤਰੀਕੇ ਨਾਲ ਦੇ ਟੀਚਰਸ ਦਾ ਜਿਹੜਾ ਹੈਗਾ ਕਾਫੀ ਟੀਚਰਸ ਨੇ ਔਰ ਸਰ ਆਪ ਵੀ ਜਿਹੜਾ ਹੈਗਾ ਸਮੇਂ ਸਿਰ ਗਾਈਡ ਕਰਦੇ ਰਹਿੰਦੇ ਨੇ, ਆਪ ਆਉਂਦੇ ਨੇ, ਆਪ ਵੀ ਕਲਾਸਿੰਗ ਕਰਦੇ ਨੇ, ਕੀ ਕਹਿਣਾ ਚਾਹੋ? ਹਾਂਜੀ ਸਰ ਆਉਂਦੇ ਆ ਸੁਬਾਹ ਅਤੇ ਮੇਨਲੀ ਬੱਚਿਆਂ ਨੂੰ ਦੱਸਦੇ ਆ ਵੀ ਤੁਸੀਂ ਇੱਦਾਂ ਟੀਚ ਕਰੋ, ਟੀਚਰਸ ਨੂੰ ਦੱਸਦੇ ਆ ਵੀ ਤੁਸੀਂ ਇੱਦਾਂ ਟੀਚ ਕਰੋ ਜੋ ਕਿ ਬੱਚਿਆਂ ਨੂੰ ਇਜ਼ੀਲੀ ਵੇ ਨਾਲ ਸਮਝ ਆਵੇ। ਬੱਚਿਆਂ ਦੀ ਪ੍ਰੋਬਲਮ ਸਰ ਨੋਟ ਕੀਤੀ ਜਾਂਦੀ ਹੈ ਅਤੇ ਸਰ ਖੁਦ ਸੋਲਵ ਕਰਦੇ ਆ। ਔਰ ਜਿਸ ਤਰੀਕੇ ਦੇ ਨਾਲ ਇੱਥੇ ਫੀਸਿਸ ਦੀ ਕੋਈ ਗੱਲ ਨਹੀਂ ਹੈ, ਕੋਈ ਬੱਚਾ ਨਹੀਂ ਵੀ ਪੇ ਕਰ ਸਕਦਾ, ਥੋੜ੍ਹਾ ਪੇ ਕਰ ਸਕਦਾ, ਅਤੇ ਸਰ ਨੇ ਬਿਲਕੁਲ ਤੁਹਾਨੂੰ ਜਿਸ ਤਰੀਕੇ ਨਾਲ ਗਾਈਡ ਕੀਤਾ ਹੋਇਆ ਹੈ ਕਿ ਅਸੀਂ ਇਸ ਸਥਾਨ ਦੇ ਉੱਤੇ ਵਿੱਦਿਆ ਦਾ ਦਾਨ ਦੇਣਾ। ਪਿੰਡ ਦੇ ਵਿੱਚ ਸਾਡਾ ਜਿਹੜਾ ਖੁੱਲ੍ਹਣ ਦਾ ਮਾਟੋ ਉਹ ਕੋਈ ਪੈਸਾ ਕਮਾਉਣਾ ਨਹੀਂ ਸੀਗਾ ਬਲਕਿ ਬੱਚਿਆਂ ਨੂੰ ਇੱਕ ਨਵੀਂ ਜ਼ਿੰਦਗੀ ਦੇਣਾ ਸੀਗਾ। ਉਸੇ ਕਨਸੈਪਟ 'ਤੇ ਚੱਲ ਰਹੇ ਨੇ। ਹਾਂਜੀ ਸਰ ਸਹੀ ਗੱਲ ਆ, ਉਸੇ ਕਨਸੈਪਟ 'ਤੇ ਚੱਲ ਰਹੇ ਆ ਜਿਵੇਂ ਕਿ ਇੱਕ NGO ਦਾ ਰੋਲ ਵੀ ਪਲੇ ਕਰ ਰਹੇ ਆ।
ਕਈ ਵਾਰੀ ਸਰ ਬੱਚੇ ਅਫੋਰਡ ਨਹੀਂ ਕਰ ਸਕਦੇ, ਫੀਸ ਵੀ ਵੈਸੇ ਸਰ ਸਾਡੀ ਹੈਗੀ ਹੈ ਘੱਟ ਹੀ ਹੈਗੀ, ਤੇ ਜੇਕਰ ਬੱਚੇ ਅਫੋਰਡ ਨਾ ਕਰ ਸਕਣ ਉਹਨਾਂ ਨੂੰ ਡਿਸਕਾਊਂਟ ਵੀ ਮਿਲ ਜਾਂਦਾ ਸਰ। ਔਰ ਇੱਥੇ ਟਿਊਸ਼ਨ ਵਾਂਗੂ ਪੜਾਇਆ ਜਾਂਦਾ, ਮਤਲਬ ਅਗਰ ਕੋਈ ਬੱਚੇ ਨੂੰ ਨਹੀਂ ਵੀ ਸਮਝ ਆਉਂਦੀ ਤਾਂ ਉਹ ਅੰਡਰ ਪ੍ਰੈਸ਼ਰ ਨਹੀਂ ਰਹਿੰਦਾ, ਕਿਉਂਕਿ ਤੁਸੀਂ ਟੀਚਰਸ ਜ਼ਿਆਦਾ ਹੋ ਔਰ ਬੱਚੇ ਜਿਹੜੇ ਹੈਗੇ ਆ ਉਹ ਰੇਸ਼ੋ ਜਿਹੜੀ ਟੀਚਰ ਬੱਚਿਆਂ ਦੀ ਰੇਸ਼ੋ ਘੱਟ ਹੈਗੀ ਆ। ਇਹ ਨਹੀਂ ਹੈ ਕਿ ਇੱਕ ਕਲਾਸ ਦੇ ਵਿੱਚ 50-50 60 ਸਟੂਡੈਂਟ ਬਿਠਾਏ ਹੋਏ ਆ। ਔਰ ਕਰੋਨਾ ਦੇ ਐਪੀਡੈਮਿਕ 'ਚ ਖਾਸ ਕਰਕੇ ਤੁਸੀਂ ਆਨਲਾਈਨ ਕਲਾਸਿਸ ਨੂੰ ਬਹੁਤ ਵਧੀਆ ਤਰੀਕੇ ਨਾਲ ਕੰਡਕਟ ਕੀਤੀਆਂ। ਹਾਂਜੀ ਸਰ, ਅਸੀਂ ਕਰੋਨਾ ਦੇ ਟਾਈਮ ਆਨਲਾਈਨ ਕਲਾਸਿਸ ਵੀ ਦਿੱਤੀਆਂ। ਸਾਡਾ ਸਰ ਮੇਨਲੀ ਫੋਕਸ ਜਾਂਦਾ ਕਿ ਵੀ ਬੱਚੇ ਨੂੰ ਸਮਝ ਆਵੇ। ਇਸ ਦਾ ਮਤਲਬ ਇਹ ਨਹੀਂ ਹੈਗਾ ਵੀ ਬੱਚਾ ਇੱਕ ਵਾਰੀ ਪੁੱਛੇ, 2 ਵਾਰੀ ਪੁੱਛੇ। ਮੇਨ ਸਰ ਬੱਚਾ ਜਦੋਂ ਫੀਸ ਪੇ ਕਰਦਾ ਉਹਦਾ ਹੱਕ ਹੈਗਾ ਵੀ ਉਹ ਸਮਝ ਕੇ ਜਾਵੇ। ਜਦੋਂ ਉਹ ਨਹੀਂ ਸਮਝ ਆਉਂਦਾ ਸਰ ਸਾਡੀ ਐਕਸਟਰਾ ਕਲਾਸ ਲੱਗਦੀ ਹੈ 2:30 ਤੋਂ 4, ਜਿਸ 'ਚ ਬੱਚੇ ਨੂੰ ਇਕੱਲੇ ਨੂੰ ਬਿਠਾ ਕੇ ਡਾਊਟਸ ਕਲੀਅਰ ਕੀਤੇ ਜਾਂਦੇ ਆ। ਇਹ ਸਾਡਾ ਮੇਨ ਫੋਕਸ ਆ। ਮੈਨੂੰ ਤੁਸੀਂ ਕਿੱਥੋਂ ਆਪਣਾ ਇਸ ਫੀਲਡ 'ਚ ਆਏ ਔਰ ਕਿਵੇਂ ਅੱਜ ਇਸ ਸੈਂਟਰ ਦੀ ਜਿਹੜਾ ਹੈਗਾ ਤੁਸੀਂ ਇੱਕ ਬੈਕਬੋਨ ਬਣੇ ਹੋਏ? ਸਰ ਐਕਚੁਅਲੀ ਮੈਂ ਆਇਲਸ ਆਪਣੀ ਕੀਤੀ ਸੀਗੀ, ਮੈਂ ਮਾਰਚ ਦੀ ਐਗਜ਼ਾਮ ਦਿੱਤਾ ਸੀ ਸਰ, ਮੇਰੇ ਸਕੋਰ ਵਧੀਆ ਆ ਗਏ, ਇਸ ਕਰਕੇ ਮੈਂ ਸਰ ਇੱਥੇ ਇੱਕ ਤਰ੍ਹਾਂ ਦਾ ਮੈਨੇਜਰ ਦੀ ਤਰ੍ਹਾਂ ਰੋਲ ਬਣ ਗਈ। ਔਰ ਕੀ ਕਹਿਣਾ ਚਾਹੋਗੇ ਤੁਸੀਂ, ਬੱਚੇ ਵੀ ਅਗਰ ਉਹ ਮਿਹਨਤ ਕਰਨ ਇੱਦਾਂ ਹੀ ਬੈਲੈਂਸ ਵਧੀਆ ਲੈਣ ਤਾਂ ਉਹ ਵੀ ਮਤਲਬ ਜਿੱਦਾਂ ਹੁਣ ਤੁਸੀਂ ਇੱਥੋਂ ਦੇ ਸਾਰਾ ਬੈਕਬੋਨ ਹੋ ਉੱਦਾਂ ਹੀ ਬੱਚੇ ਬਣ ਸਕਦੇ? ਹਾਂਜੀ ਸਰ, ਸਹੀ ਗੱਲ ਹੈ। ਜੇ ਮਿਹਨਤ ਕਰਨਗੇ ਤਾਂ ਜ਼ਰੂਰ ਬਣਨਗੇ। ਸਰ ਹਾਰਡ ਵਰਕ ਇਜ਼ ਅ ਕੀ ਆਫ ਸਕਸੈਸ। ਇਸ ਦਾ ਮਤਲਬ ਇਹ ਨਹੀਂ ਵੀ ਆਪਾਂ ਇਹ ਵਰਡ ਨੂੰ ਸੁਣ ਕੇ ਇਗਨੋਰ ਕਰ ਦਈਏ। ਜੇ ਆਪਾਂ ਇਹਨੂੰ ਫੋਲੋ ਕਰਾਂਗੇ ਸਰ ਆਪਾਂ ਜ਼ਰੂਰ ਹੀ ਸਕਸੈਸ ਅਚੀਵ ਕਰਾਂਗੇ ਆਪਣੀ ਲਾਈਫ ਦੇ ਵਿੱਚ। ਬੜਾ ਕਿੱਦਾਂ ਫੀਲ ਕਰਦੇ ਤੁਸੀਂ ਕਿ ਜਦੋਂ ਤੁਸੀਂ ਆਪ ਵੀ ਜਿਹੜੇ ਸਟੂਡੈਂਟ ਲੱਗ ਰਹੇ ਹੋ ਔਰ ਬੱਚੇ ਤੁਹਾਡੇ ਤੋਂ ਕਈ ਵੱਡੇ ਵੀ ਆ, ਕਿਵੇਂ ਲੱਗਦਾ ਕਿ ਅਗਰ ਅਸੀਂ ਮਿਹਨਤ ਕਰਕੇ ਕੋਈ ਅਚੀਵਮੈਂਟ ਕਰਦੇ ਹਾਂ ਤਾਂ ਸਾਨੂੰ ਪਰਮਾਤਮਾ ਉਹ ਸ਼ਕਤੀ ਦਿੰਦਾ ਵੀ ਅਸੀਂ ਬੱਚਿਆਂ ਨੂੰ ਅੱਜ ਤੁਸੀਂ ਇੱਥੇ ਟੀਚ ਕਰਾ ਰਹੇ ਹੋ? ਸਰ ਮੈਨੂੰ ਇੱਦਾਂ ਲੱਗਦਾ ਹੈ ਵੀ ਨੌਲੇਜ ਲਈ ਕੋਈ ਏਜ ਨਹੀਂ ਹੁੰਦੀ। ਭਾਵੇਂ ਕੋਈ ਮੇਰੇ ਤੋਂ ਛੋਟਾ ਹੈ, ਭਾਵੇਂ ਤੁਸੀਂ ਇੱਥੇ 60 ਸਾਲ ਦੇ ਨੂੰ ਲਿਆ ਕੇ ਬਿਠਾ ਦਿਓ, ਮੈਂ ਉੱਦਾਂ ਹੀ ਪੜ੍ਹਾਉਂਗੀ ਜਿੱਦਾਂ ਮੈਂ ਹੁਣ ਪੜ੍ਹਾ ਰਹੀ ਹਾਂ। ਤਾਂ ਇਸ ਚੀਜ਼ ਨੂੰ ਮੈਂ ਐਜ਼ ਉਹ ਨਹੀਂ ਲੈਂਦੀ ਗੈਪ ਜਾਂ ਕੋਈ ਵੀ ਚੀਜ਼ ਕਰਦਾ, ਮੈਂ ਆਪਦਾ 100% ਦਿੰਦੀ ਹਾਂ। ਜਾਂ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਇਹਨਾਂ ਤੋਂ ਪੁੱਛ ਲਓ, ਮੈਂ ਐਜ਼ ਅ ਫਰੈਂਡ ਰਹਿੰਦੀ ਹਾਂ, ਹੱਸਦੀ ਹਾਂ। ਜਦੋਂ ਇਹਨਾਂ ਨੂੰ ਕੋਈ ਪ੍ਰੋਬਲਮ ਹੈ ਮੇਰੇ ਤੋਂ ਬਾਹਰ ਆ ਕੇ ਪੁੱਛ ਲੈਂਦੇ ਨੇ। ਕੁਛ ਵੀ ਹੈ ਮੈਂ ਪੰਜਾਬੀ 'ਚ ਕਰਾਉਂਦੀ ਹਾਂ, ਜਮਾਂ ਬੇਸ ਤੋਂ ਸਟਾਰਟ ਕਰੀਦਾ, ਇਹਨਾਂ ਦਾ ਬੇਸ ਬਣਾਈਦਾ, ਅੱਗੇ 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 ਕਰਾਈਦਾ। ਮੈਡਮ ਅਗਰ ਆਪਾਂ ਗੱਲ ਕਰ ਲਈਏ ਕਿ ਇਹ ਬੱਚੇ ਵੀ ਤੁਹਾਨੂੰ ਹੋਰ ਵੀ ਸਿਖਾ ਰਹੇ ਨੇ, ਕਿਉਂਕਿ ਅੱਜ ਕੱਲ੍ਹ ਦੇ ਬੱਚੇ ਇੰਟੈਲੈਕਚੁਅਲ ਆ, ਆਨਲਾਈਨ ਜਾਂਦੇ ਆ, ਗੂਗਲਾਂ 'ਤੇ ਜਾਂਦੇ, ਤੇ ਇਹ ਬੱਚੇ ਜਦੋਂ ਤੁਹਾਨੂੰ ਕੁਐਸਚਨਿੰਗ ਕਰਦੇ ਤਾਂ ਕਈ ਕੁਐਸਚਨ ਇਹ ਜਿਹੇ ਹੁੰਦੇ ਜਿਹੜੇ ਹੁਣ ਤੁਹਾਨੂੰ ਗਾਂ ਤੁਸੀਂ ਵੀ ਮਤਲਬ ਨਿਖਰ ਕੇ ਆ ਰਹੇ ਹੋ ਇਸ ਚੀਜ਼। ਹਾਂਜੀ ਹਾਂਜੀ, ਓਬਵੀਅਸਲੀ ਜੀ, ਜਿਵੇਂ ਜਿਵੇਂ ਆਪਾਂ ਕੋਈ ਵੀ ਚੀਜ਼ 'ਚ ਜਾਂਦੇ ਆ ਤਾਂ ਆਪਾਂ ਨੂੰ ਵੀ ਸਿੱਖਣ ਨੂੰ ਮਿਲਦਾ। ਹੁਣੇ ਮੈਨੂੰ ਕੁਐਸਚਨ ਪੁੱਛਦੇ ਨੇ, ਮੇਰੀ ਸਾਰਿਆਂ ਨਾਲ ਬਹੁਤ ਵਧੀਆ ਬੌਂਡਿੰਗ ਬਣ ਗਈ ਹੈ। ਕੁਛ ਵੀ ਪੁੱਛਦੇ ਆ ਮੈਨੂੰ, ਕਈ ਵਾਰ ਮੇਰੀ ਆਪ ਦੀ ਨੌਲੇਜ ਵੀ ਇਨਕਰੀਜ਼ ਹੁੰਦੀ ਹੈ, ਰੀਡਿੰਗ 'ਚ ਹੋ ਗਈ, ਵੋਕੈਬਲਰੀ ਦੇ ਮੈਂ ਰੋਜ਼ ਨਵੇਂ ਵਰਡ ਸਿੱਖਦੀ ਹਾਂ। ਇਹ ਮੈਨੂੰ ਪੁੱਛਦੇ ਆ, ਮੈਂ ਆਪਦਾ ਤਿਆਰ ਕਰਕੇ ਆਉਂਦੀ ਹਾਂ। ਸੋ ਬਹੁਤ ਹੀ ਵਧੀਆ ਲੱਗ ਰਿਹਾ ਮੈਨੂੰ ਤਾਂ। ਔਰ ਸੰਦੀਪ ਸਰ ਜਿਨ੍ਹਾਂ ਦਾ ਇੱਕ ਏਮ ਸੀਗਾ ਕਿ ਮੈਂ ਇਹਨਾਂ ਬੱਚਿਆਂ ਨੂੰ ਜਿਸ ਤਰੀਕੇ ਨਾਲ ਤੁਹਾਨੂੰ ਟੀਚਰਾਂ ਨੂੰ ਉਹ ਟੀਚਰ ਨਹੀਂ ਸਮਝਦੇ ਬਲਕਿ ਆਪਣੀਆਂ ਛੋਟੀਆਂ ਸਿਸਟਰਾਂ ਨੂੰ ਉਹ ਡੀਲ ਕਰਦੇ ਨੇ, ਔਰ ਉਹਨਾਂ ਦਾ ਹਮੇਸ਼ਾ ਹੀ ਮਾਟੋ ਹੁੰਦਾ ਵੀ ਜਿਹੜਾ ਵੀ ਬੱਚਾ ਆਵੇ ਸਾਨੂੰ ਉਹਨੂੰ ਕੋਈ ਵੀ ਪ੍ਰੋਬਲਮ ਨਾ ਆਵੇ। ਹਾਂਜੀ ਸਰ ਬਹੁਤ ਵਧੀਆ ਨੇ। ਈਵਨ ਮੈਨੂੰ ਵੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਕਦੋਂ ਵੀ ਹਮੇਸ਼ਾ ਫੋਨ ਵੀ ਕਰਦੇ ਨੇ 2-4 ਵਾਰ, ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਜਾਂ ਬੱਚੇ ਸਹੀ ਪੜ੍ਹ ਰਹੇ ਨੇ, ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਆ ਰਹੀ। ਸਰ ਦਾ ਨੇਚਰ ਬਹੁਤ ਹੀ ਜ਼ਿਆਦਾ ਵਧੀਆ ਹੈ, ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ। ਆਪਾਂ ਆਮ ਤੌਰ 'ਤੇ ਕਿਤੇ ਕੰਮ ਕਰਦੇ ਆ, ਪ੍ਰੈਸ਼ਰ ਬਣਾ ਕੇ ਰੱਖਦੇ ਨੇ, ਠੀਕ ਹੈ, ਆਪਾਂ ਨੂੰ ਫੋਰਸ ਕਰਦੇ ਆ ਜਾਂ ਹੈਲਪਿੰਗ ਨਹੀਂ ਹੁੰਦੇ, ਬਟ ਸਰ 'ਚ ਇੱਦਾਂ ਕੁਛ ਨਹੀਂ ਹੈਗਾ, ਉਹ ਬਹੁਤ ਹੀ ਜ਼ਿਆਦਾ ਹੈਲਪਫੁਲ। ਬੇਟਾ ਯੂ ਆਰ ਪਾਰਟ ਐਂਡ ਪਾਰਸਲ ਆਫ ਯੂ ਕੈਨ ਐਕਸਪਰਟਸ। ਕਿੱਦਾਂ ਮਹਿਸੂਸ ਕਰਦੇ ਹੋ ਤੁਸੀਂ ਇੱਥੇ ਇਸ ਕੋਟ ਫੱਤੇ ਦੇ ਏਰੀਆ ਦੇ ਵਿੱਚ ਹੀ ਇਹਨਾਂ ਨੇ ਪਹਿਲਾਂ ਬਠਿੰਡੇ ਸੇਵਾ ਕਰਨ ਤੋਂ ਬਾਅਦ ਵਿੱਚ ਇਸ ਏਰੀਆ 'ਚ ਖੋਲ੍ਹਿਆ ਹੋਇਆ ਇਹ ਸੈਂਟਰ ਹੈ, ਕੀ ਕਹਿਣਾ ਚਾਹੋਗੇ? ਸਰ ਮੈਂ ਬਹੁਤ ਵਧੀਆ ਫੀਲ ਕਰਦੀ ਹਾਂ, ਕਿਉਂਕਿ ਪਹਿਲਾਂ ਗਰਲਸ ਨੂੰ ਬਠਿੰਡੇ ਵਿਜ਼ਿਟ ਕਰਨਾ ਪੈਂਦਾ ਸੀ ਅਤੇ ਉਹ ਆਪਦਾ ਬਹੁਤ ਸਾਰਾ ਸਮਾਂ ਕੀ ਆ ਆਉਣ ਜਾਣ 'ਚ ਲਗਾ ਦਿੰਦੇ ਸੀ, ਜਿਹੜਾ ਉਹ ਹੁਣ ਕੀ ਕਰ ਸਕਦੇ ਆ ਸਟੱਡੀ 'ਤੇ ਕੰਜ਼ਿਊਮ ਕਰ ਸਕਦੇ। ਅਤੇ ਮੈਂ ਬਹੁਤ ਧੰਨਵਾਦੀ ਹਾਂ ਸੰਦੀਪ ਸਰ ਦੀ ਕਿ ਉਹਨਾਂ ਨੇ ਇੱਥੇ ਕੋਟ ਫੱਤੇ ਦੇ ਵਿੱਚ ਇੰਸਟੀਟਿਊਟ ਖੋਲ੍ਹਿਆ। ਐਂਡ ਗਰਲਸ ਆਪਦੀਆਂ ਮੋਸਟਲੀ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਸੀਗੀਆਂ ਆਉਣ ਜਾਣ ਦੇ ਵਿੱਚ, ਅਤੇ ਉਹ ਇੱਥੇ ਹੁਣ ਵਧੀਆ ਆਇਲਸ ਕਰ ਸਕਦੀਆਂ ਅਤੇ ਆਪਣਾ ਬਾਹਰ ਜਾਣ ਦਾ ਸੁਪਨਾ ਪੂਰਾ ਕਰ ਸਕਦੀਆਂ। ਈਵਨ ਇੱਥੇ ਟੀਚਰਸ ਵੀ ਬਹੁਤ ਵਧੀਆ ਨੇ, ਫਰੈਂਡਲੀ ਨੇਚਰ ਨੇ, ਕੋਈ ਵੀ ਡਾਊਟ ਕਲੀਅਰ ਕਰ ਸਕਦੇ ਹਾਂ ਕਦੋਂ ਵੀ। ਬੁੜੇ ਜਿੱਦਾਂ ਪਹਿਲਾਂ ਇੰਗਲਿਸ਼ ਦੇ ਅਖਬਾਰਾਂ ਤੋਂ, ਇੰਗਲਿਸ਼ ਦੇ ਨਿਊਜ਼ ਤੋਂ, ਰੇਡੀਓ ਜਦੋਂ ਆਪਾਂ ਕਮੈਂਟਰੀ ਸੁਣਦੇ ਸੀਗੇ ਉਦੋਂ ਵੀ ਆਪਾਂ ਨੂੰ ਬੜਾ ਔਖਾ ਲੱਗਦਾ ਸੀਗਾ। ਜਿੱਦਾਂ ਜਦੋਂ ਤੁਸੀਂ ਯੂਕੈਨ ਦੇ ਨਾਲ ਜੁੜ ਰਹੇ ਹੋ ਇਹ ਚੀਜ਼ਾਂ ਥੋੜ੍ਹਾ ਜਿਹਾ ਮਜ਼ਾ ਆਉਂਦਾ, ਜੀ ਕਰਦਾ ਨਾ ਕਿ ਅਸੀਂ ਇਹਨਾਂ ਨੂੰ ਚੀਜ਼ਾਂ ਨੂੰ ਸੁਣੀਏ, ਇੰਗਲਿਸ਼ ਵਾਲੀ ਕੋਈ ਚੀਜ਼ ਹੈਗੀ ਆ ਤਾਂ ਹੁਣ ਥੋੜ੍ਹੀ ਸਮਝ ਆਉਣ ਲੱਗੀ ਕਰਕੇ, ਕੀ ਕਹਿਣਾ ਚਾਹੋ? ਸਰ ਪਹਿਲਾਂ ਤਾਂ ਲੱਗਦਾ ਸੀ ਵੀ ਇੱਕ ਬਹੁਤ ਟਫ ਹੈਗੀ, ਪਰ ਜਦੋਂ ਜੁਆਇਨ ਕੀਤਾ ਯੂਕੈਨ ਤਾਂ ਬਹੁਤ ਹੀ ਸਿੰਪਲ ਲੱਗਦੀ ਹੈ ਵੀ ਹੋਸਟ ਕਰ ਸਕਦੇ ਹੈਗੇ। ਟੀਚਰਸ ਵੀ ਬਹੁਤ ਵਧੀਆ ਕਰਾਉਂਦੇ ਆ, ਹਰ ਇੱਕ ਡਾਊਟ ਸੋਲਵ ਕਰਦੇ ਹੈਗੇ, ਬਾਰ-ਬਾਰ ਪੁੱਛਦੇ ਵੀ ਸਮਝ ਆ ਗਿਆ। ਅਤੇ ਮੈਨੂੰ ਬਹੁਤ ਵਧੀਆ ਲੱਗਦਾ ਇੱਥੇ ਆ ਕੇ। ਅਤੇ ਯੂਕੈਨ ਦਾ ਬਹੁਤ ਹੀ ਵਧੀਆ ਹੈਗਾ।
ਤੇ ਇੱਥੇ ਹਰ ਇੱਕ ਡਾਊਟ ਤੇ ਲਿਸਨਿੰਗ ਰੀਡਿੰਗ ਸਭ ਬਹੁਤ ਈਜ਼ੀ ਹੈ ਤੇ ਮੈਨੂੰ ਵੀ ਲੱਗਦਾ ਹੈ ਮੈਂ ਬਾਹਰ ਜਾ ਸਕਦੀ। ਔਰ ਜਿਸ ਤਰੀਕੇ ਦੇ ਨਾਲ ਟੀਚਰਸ ਕੋਈ ਚੀਜ਼ ਨਹੀਂ ਵੀ ਤੁਹਾਨੂੰ ਪਤਾ ਲੱਗਦਾ, ਕਿਉਂਕਿ ਆਪਾਂ ਦੇਖਿਆ ਕਿ ਕਈ ਵਾਰੀ ਆਪਾਂ ਹਰ ਚ ਜਾਂਦੇ ਹਾਂ, ਸ਼ਹਿਰਾਂ ਜਾਂਦੇ ਹੈਗੇ ਆ, ਟੀਚਰਸ ਪੜ੍ਹਾ ਕੇ ਮਤਲਬ ਪ੍ਰੈਸ਼ਰ ਰਹਿੰਦਾ ਬੱਚਿਆਂ ਨੂੰ ਇੱਕ ਦੂਜੇ ਸਟੂਡੈਂਟਸ ਦਾ, ਜਿੱਦਾਂ ਇਹਨਾਂ ਨੇ ਸਟਰੈਂਥ ਘੱਟ ਰੱਖੀ ਵੀ ਹੈ, ਇਸ ਤਰੀਕੇ ਨਾਲ ਰੱਖੀ ਹੈ ਕਿ ਟੀਚਰ ਤੇ ਸਟੂਡੈਂਟਸ ਦੀ ਰੇਸ਼ੋ ਜਿਹੜੀ ਬੜੀ ਘੱਟ ਰੱਖੀ ਇਹਨਾਂ ਨੇ ਕਿ ਬੱਚੇ ਨੂੰ ਪੂਰੀ ਤਰ੍ਹਾਂ ਨਾਲ ਗ੍ਰਿਪਿੰਗ ਹੋ ਜਾਵੇ। ਔਰ ਇੱਥੇ ਕੋਈ ਪ੍ਰੈਸ਼ਰ ਵਾਲੀ ਗੱਲ ਨਹੀਂ, ਟੀਚਰਸ ਵੀ ਤੁਹਾਡੇ ਨਾਲ ਫੈਮਿਲੀ ਰਹਿ ਗਏ ਆ, ਆਪਣੇ ਨਾਲ ਫਰੈਂਡਸ ਵਾਂਗੂ ਬਿਹੇਵ ਕਰਦੇ ਨੇ, ਔਰ ਉਹ ਹਮੇਸ਼ਾ ਤੁਹਾਡੀ ਹਰ ਪ੍ਰੋਬਲਮ, ਕੋਈ ਵੀ ਪ੍ਰੋਬਲਮ ਹੈਗੀ ਅਗਰ ਤੁਸੀਂ ਵੈਸੇ ਵੀ ਉਦਾਸ ਆ ਫਿਰ ਵੀ ਉਹ ਟੀਚਰਾਂ ਪੁੱਛਦੀ ਔਰ ਤੁਹਾਡੀ ਉਹ ਪ੍ਰੋਬਲਮ ਜਿਹੜੀ ਸੋਲਵ ਕਰਦੇ। ਯੈਸ, ਪ੍ਰੈਸ਼ਰ ਤਾਂ ਕੋਈ ਵੀ ਗੱਲ ਹੈ ਨਹੀਂ ਗੀ, ਬਹੁਤ ਹੀ ਸਿੰਪਲ ਤੇ ਸੌਖੇ ਢੰਗ ਨਾਲ ਕਰਾਉਂਦੇ ਆ। ਪਹਿਲਾਂ ਬੇਸ ਬਣਾਉਂਦੇ ਹੈਗੇ, ਫਿਰ ਗਾਂ ਲੈਵਲ ਅਪ ਕਰਦੇ ਹੈਗੇ ਤੇ ਐਕਸਟਰਾ ਕਲਾਸਿਸ ਵੀ ਲੱਗਦੀਆਂ ਨੇ ਤੇ ਕੋਈ ਵੀ ਡਾਊਟ ਹੈ ਉਹ ਕਲੀਅਰ ਕਰਦੇ। ਬੇਟਾ ਕਿੰਨੀ ਕੁ ਟਰਾਂਸਫਰਮੇਸ਼ਨ ਤੁਹਾਨੂੰ ਆਪਦੇ 'ਚ ਲੱਗਦੀ ਹੈ? ਜਦੋਂ ਤੁਸੀਂ ਇੱਥੇ ਜੁਆਇਨ ਕੀਤਾ ਉਦੋਂ ਬੋਡੀ ਲੈਂਗੁਏਜ ਦਾ ਕਿੱਦਾਂ ਸੀਗੀ, ਹੁਣ ਤੁਹਾਨੂੰ ਕਿਵੇਂ ਲੱਗ ਰਿਹਾ ਹੈਗਾ? ਹੌਲੀ ਹੌਲੀ ਜਿਵੇਂ ਆਈਲੈਟਸ ਦੇ ਨਾਲ ਤੁਸੀਂ ਫੈਮਿਲੀਅਰ ਹੋ ਰਹੇ ਹੋ, ਜਿੱਦਾਂ ਟੀਚਰਸ ਤੁਹਾਨੂੰ ਪੜ੍ਹਾ ਰਹੇ ਨੇ, ਜਿੱਦਾਂ ਤੁਹਾਡੀ ਨੌਲੇਜ ਇਨਕਰੀਜ਼ ਹੋ ਰਹੀ ਹੈ, ਜਿੱਦਾਂ ਤੁਹਾਨੂੰ ਪਤਾ ਲੱਗ ਰਿਹਾ ਵੀ ਸਾਡੇ ਇੱਥੋਂ ਦੇ ਬੱਚਿਆਂ ਦੇ ਇੰਨੇ ਬੈਂਡ ਆ ਗਏ ਤਾਂ ਹੌਸਲਾ ਵੱਧਦਾ, ਕੀ ਕਹਿਣਾ ਚਾਹੋਗੇ? ਹਾਂਜੀ ਸਰ, ਜਦੋਂ ਮੈਂ ਇੱਥੇ ਲੱਗੀ ਸੀ ਮੈਂ ਬਹੁਤ ਨਰਵਸ ਸੀ, ਮੈਨੂੰ ਇੰਗਲਿਸ਼ ਬਹੁਤ ਟਫ ਲੱਗਦੀ ਸੀ, ਬਟ ਜਦੋਂ ਮੈਂ ਇੱਥੇ ਲੱਗੀ 1 ਵੀਕ 'ਚ ਬਹੁਤ ਇੰਪਰੂਵਮੈਂਟ ਹੋਈ ਹੈ ਮੇਰੀ, ਕਿਉਂਕਿ ਟੀਚਰ ਇੱਥੇ ਬਹੁਤ ਵਧੀਆ ਪੜ੍ਹਾਉਂਦੇ ਨੇਗੇ, ਪੂਰੇ ਹੈਲਪਫੁਲ ਨੇਗੇ, ਬਿਲਕੁਲ ਵੀ ਸਾਨੂੰ ਕੋਈ ਡਰ ਨਹੀਂ ਲੱਗਦਾ ਇੱਦਾਂ ਵੀ ਜੇ ਕੁਝ ਪੁੱਛਾਂਗੇ ਜਾਂ ਕੁਝ ਵੀ ਇੱਦਾਂ ਵਧੀਆ ਸਮਝਾਉਂਦੇ। ਔਰ ਇਹਦੇ ਨਾਲ ਅਗਰ ਆਪਾਂ ਗੱਲ ਕਰ ਲਈਏ ਇੰਗਲਿਸ਼ ਸਪੀਕਿੰਗ ਦੀ, ਤੁਸੀਂ ਜਿੱਦਾਂ ਘਰ ਵੀ ਇਹ ਟੀਚਰ ਕਹਿੰਦੇ ਰਹਿੰਦੇ ਤੁਸੀਂ ਬੋਲੋ ਔਰ ਤੁਸੀਂ ਪ੍ਰੈਸ਼ਰ 'ਚ ਨਹੀਂ ਰਹਿਣਾਗਾ, ਇੰਗਲਿਸ਼ ਸਪੀਕਿੰਗ ਕਰਨੀ ਹੈਗੀ ਹੌਲੀ ਹੌਲੀ। ਇੱਥੇ ਵੀ ਤੁਸੀਂ ਆ ਕੇ ਜਦੋਂ ਬੱਚਿਆਂ ਨਾਲ ਬੋਲਦੇ ਹੋ, ਠੀਕ ਆ ਵੀ ਇਹ ਤੁਹਾਨੂੰ 1 to 1 ਤਾਂ ਕਲਾਸਾਂ ਲੈਂਦੇ ਹੀ ਆ, ਪਰ ਤੁਸੀਂ ਬੱਚਿਆਂ ਦੇ ਨਾਲ ਵੀ ਹੌਲੀ ਹੌਲੀ ਬੋਲਦੇ ਹੋ ਤਾਂ ਤੁਹਾਡਾ ਕੌਨਫੀਡੈਂਸ ਵੱਧਦਾ ਜਾਂਦਾ। ਹਾਂਜੀ ਸਰ, ਇਵਨ ਸਾਨੂੰ ਸਰ ਕਹਿੰਦੇ ਆ ਤੁਸੀਂ ਘਰੇ ਮਿਰਰ ਦੇ ਅੱਗੇ ਖੜ੍ਹ ਕੇ ਪ੍ਰੈਕਟਿਸ ਕਰਿਆ ਕਰੋ, ਅਸੀਂ ਉੱਦਾਂ ਕਰ ਦਿਆਂਗੇ, ਬਟ ਜਦੋਂ ਸਰ ਸਪੀਕਿੰਗ ਲੈਂਦੇ ਆ ਉਸ ਟਾਈਮ ਵੀ ਸਾਡਾ ਕੌਨਫੀਡੈਂਸ ਬਹੁਤ ਵੱਧਦਾ ਹੈਗਾ। ਫਿਰ ਬਾਅਦ 'ਚ ਸਰ ਐਕਸਟਰਾ ਕਲਾਸ 'ਚ ਸਾਡੀ ਕਨਵਰਸੇਸ਼ਨ ਵੀ ਕਰਵਾਉਂਦੇ ਇੰਗਲਿਸ਼ ਦੀ। ਬੇਟਾ ਕਿੱਦਾਂ ਲੱਗਦਾ ਤੁਹਾਨੂੰ ਯੂਕੈਨ ਦੇ ਵਿੱਚ ਇਸ ਪਿੰਡੂ ਏਰੀਆ ਦੇ ਵਿੱਚ ਖੋਲ੍ਹਿਆ ਹੋਇਆ ਸਥਾਨ, ਲੇਕਿਨ ਸਹੂਲਤਾਂ ਸਾਰੀਆਂ ਸ਼ਹਿਰ ਦੀਆਂ ਜਿਸ ਤਰੀਕੇ ਦੇ ਨਾਲ ਆਪਾਂ ਦੇਖ ਸਕਦੇ ਕਿ ਮੇਨ ਰੋਡ 'ਤੇ ਸਥਿਤ ਹੈ, ਤੁਹਾਡੇ ਵੀ ਉਹ ਟੂਟੀਆਂ ਜਿਹੀਆਂ ਲੱਗੀਆਂ ਜਿਹਦੇ 'ਚ ਬੰਦਾ ਹੱਥ ਲਾ ਕੇ ਤੇ ਫਿਰ ਅੰਦਰ ਜਾਂਦਾ ਹੈਗਾ, ਕਿ ਮਤਲਬ ਕੋਈ ਵੀ ਬੰਦਾ ਬਾਹਰ ਦਾ ਨਹੀਂ ਜਾ ਸਕਦਾ ਹੈਗਾ, ਕੀ ਕਹਿਣਾ ਚਾਹੋਗੇ? ਯੈਸ ਸਰ, ਮੈਨੂੰ ਬਹੁਤ ਵਧੀਆ ਲੱਗਦਾ ਇੱਥੇ ਆ ਕੇ, ਤੇ ਮੈਨੂੰ ਕੁਛ ਦਿਨ ਹੋਇਆ ਜੁਆਇਨ ਕੀਤੇ ਨੂੰ ਤੇ ਮੇਰੇ ਵਿੱਚ ਬਹੁਤ ਇੰਪਰੂਵਮੈਂਟ ਹੋਇਆ ਹੈਗਾ। ਤੇ ਐਂਡ ਇਸ ਇੰਸਟੀਟਿਊਟ ਵਿੱਚ ਮਤਲਬ ਕੋਈ ਵੀ ਬਾਹਰੋਂ ਪਰਸਨ ਨਹੀਂ ਆ ਸਕਦਾ, ਸਿਰਫ ਇੰਸਟੀਟਿਊਟ ਦੇ ਪਰਸਨਸ ਹੀ ਆ ਸਕਦੇ ਹੈਗੇ ਜਾਂ ਸਟੂਡੈਂਟਸ, ਇਸ ਲਈ ਮੈਨੂੰ ਬਹੁਤ ਵਧੀਆ ਲੱਗਦਾ। ਤੇ ਬਾਹਰ ਵਿਜ਼ਿਟ ਕਰਨਾ ਥੋੜ੍ਹਾ ਜਿਹਾ ਔਖਾ ਹੁੰਦਾ ਸੀ, ਇਸ ਲਈ ਇੱਥੇ ਬਹੁਤ ਵਧੀਆ ਲੱਗਦਾ। ਔਰ ਜਿੱਦਾਂ ਪਹਿਲਾਂ ਬਠਿੰਡਾ 'ਚ ਤੁਸੀਂ ਨਾਮ ਬਹੁਤ ਸੁਣਿਆ ਸੀਗਾ ਯੂਕੈਨ ਐਕਸਪਰਟਸ ਦਾ, ਔਰ ਜਦੋਂ ਤੁਹਾਨੂੰ ਲੱਗਿਆ ਕਿ ਇੱਥੇ ਖੁੱਲ੍ਹਣਾ ਤੇ ਬਹੁਤ ਬੱਚੇ ਪਹਿਲਾਂ ਹੀ ਜਾ ਚੁੱਕੇ ਆ ਇਸ ਪਿੰਡ ਦੇ ਤੁਹਾਡੇ ਉੱਥੋਂ ਯੂਕੈਨ ਤੋਂ ਕਰਕੇ, ਤਾਂ ਤੁਹਾਨੂੰ ਲੱਗਦਾ ਕਿ ਸਾਡੇ ਵੀ ਜਿਹੜਾ ਹੈਗਾ ਜਹਾਜ਼ ਜਿਹੜੇ ਨੇੜੇ ਆਉਣਗੇ? ਯੈਸ ਸਰ, ਮੈਨੂੰ ਪੂਰੀ ਉਮੀਦ ਹੈ ਮੇਰੇ ਵੀ ਬਹੁਤ ਵਧੀਆ ਸਕੋਰ ਆਉਣਗੇ ਤੇ ਮੈਂ ਪੱਕਾ ਬਾਹਰ ਜਾਊਂਗੀ। ਕਿਹੜੇ ਕੰਟਰੀ ਬੇਟਾ ਜਾਣਾ ਚਾਹੁੰਦੇ ਹੋ? ਸਰ ਮੈਂ ਕੈਨੇਡਾ ਜਾਣਾ ਚਾਹੁੰਦੀ। ਬਾਪੂ ਜੀ ਕਿੱਦਾਂ ਲੱਗਦਾ ਤੁਹਾਨੂੰ ਜਦੋਂ ਯੂਕੈਨ ਦੇ ਵਿੱਚ ਤੁਹਾਡੇ ਬੱਚੀ ਆਉਂਦੇ ਆ ਪੜ੍ਹ ਕੇ ਜਾਂਦੀ ਹੈਗੀ ਆ, ਕਿੱਦਾਂ ਲੱਗਦਾ ਤੁਹਾਨੂੰ, ਕੀ ਕਹਿਣਾ ਚਾਹੋਗੇ? ਵਧੀਆ ਲੱਗਦਾ ਜੀ, ਅਸੀਂ ਤਾਂ ਕਹਿੰਦੇ ਪੜ੍ਹ ਕੇ ਬਾਹਰ ਜਾਣ, ਵਧੀਆ ਮੌਜ ਮਾਰ ਕੇ। ਔਰ ਜਿਸ ਤਰੀਕੇ ਦੇ ਨਾਲ ਇਹਨੇ ਬਾਈ ਨੇ ਇੱਥੇ ਉਪਰਾਲਾ ਕੀਤਾ ਤੁਹਾਡੇ ਸੰਦੀਪ ਨੇ ਕਿ ਇੱਥੇ ਹੀ ਖੋਲ੍ਹਤਾ, ਮਤਲਬ ਪਹਿਲਾਂ ਬਠਿੰਡੇ ਚਲੋ ਹੈਗਾ ਹੀ ਆ ਉਹਨਾਂ ਦਾ, ਪਰ ਬਠਿੰਡੇ ਜਾਣਾ ਬੱਚਿਆਂ ਨੂੰ ਔਖਾ ਲੱਗਦਾ, ਹੁਣ ਇੱਥੇ ਤੁਹਾਨੂੰ ਈਜ਼ੀ ਲੱਗ ਰਿਹਾ ਪੂਰਾ? ਬਹੁਤ ਵਧੀਆ ਜੀ, ਬਠਿੰਡੇ ਅੱਗੇ ਪਰੇਸ਼ਾਨੀ ਸੀ ਜਾਣ ਦੀ, ਜਾਂਦੇ ਛੱਡਣ ਜਾਂਦੇ ਲਟਕਿਆਂ ਨੂੰ, ਉਧਰੋਂ ਆਉਣ ਦਾ ਔਖਾ ਸੀ, ਮੰਡੀਰ ਤੰਗ ਕਰਦੀ ਸੀ, ਇਹ ਬਹੁਤ ਵਧੀਆ ਇੱਥੇ ਸਾਧਨ ਹੈ।